ਆਦਿ ਪੁਰਖ ਆਦੇਸ ਆਦਿ ਬਖਾਣਿਆ ਸੋ ਸਤਿਗੁਰ ਸੱਚ ਵੇਸ ਸ਼ਬਦ ਸਿਝਾਣਿਆ ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ ਸਾਧ ਸੰਗਤ ਸੱਚ ਦੇਸ਼ ਘਰ ਪ੍ਰਵਾਣਿਆ ਪ੍ਰੇਮ ਭਗਤੀ ਆਵੇਸ਼ ਸਹਿਜ ਸੁਖਾਣਿਆ ਭਗਤ ਵਚਲ ਪ੍ਰਵੇਸ਼ ਮਾਨ ਨਿਮਾਣਿਆ ਬ੍ਰਹਮਾ ਵਿਸ਼ਨ ਮਹੇਸ਼ ਅੰਤ ਨ ਜਾਣਿਆ ਸਿਮਰੇ ਸਹਿਸ ਫਨੇਸ਼ ਤਿਲ ਨ ਪਛਾਣਿਆ ਗੁਰਮੁਖ ਦਰ ਦਰਵੇਸ਼ ਸੱਚ ਸੁਹਾਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪਾਂ ਓਂਕਾਰ ਦੀ ਵਿਚਾਰ ਦੌਰਾਨ ਗੁਰਮੂਰਤ ਗੁਰ ਸ਼ਬਦ ਦੀ ਗੱਲ ਆਈ ਸੀ। ਜਿਹੜੀ ਗੋਰਾ ਜੋਤ ਹੈ ਦੀ ਮੂਰਤੀ ਦੇਹੀ ਸ਼ਬਦ ਹੀ ਹੁੰਦੀ ਹੈ, ਜਿਹਦਾ ਜ਼ਿਕਰ ਕੀਤਾ ਸੀ। ਗੁਰਮੂਰਤ ਗੁਰ ਸ਼ਬਦ ਹੈ। ਸੰਸਾਰ ਦੇ ਜਿਸ ਵੀ ਜੀਵ ਦੀ ਸੁਰਤ, ਜਿਸ ਵੀ ਜੀਵ ਦੀ ਲਿਵ ਇਸ ਸਾਧ ਸ਼ਬਦ ਨਾਲ ਜੁੜ ਜਾਂਦੀ ਹੈ, ਉਹ ਭਵ ਸਾਗਰ ਤੋਂ ਤਰ ਜਾਂਦੀ ਹੈ। ਜਿਹਦਾ ਜ਼ਿਕਰ ਗੁਰਬਾਣੀ 'ਚ ਆਇਆ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਬਖਾਣਾ। ਜਿਹੜੇ ਜੀਵ ਦੀ ਸੁਰਤ ਭਵ ਸਾਗਰ ਨੂੰ ਤਰ ਜਾਂਦੀ ਹੈ, ਨਾਨਕ ਜੀ ਆਖਦੇ ਹਨ ਕਿ ਉਹ ਸੁਰਤ ਫਿਰ ਬੁੱਧੀ ਰੂਪ ਹੋ ਕੇ ਨਾਮ ਦਾ ਵਿਖਿਆਨ ਕਰਿਆ ਕਰਦੀ ਹੈ। ਓਂਕਾਰ ਨੇ ਮਾਇਆ ਦੇ ਯੁੱਗ ਪੈਦਾ ਕੀਤੇ, ਜਿਹਨੂੰ ਸੈਲ ਯੁੱਗ ਗੁਰਬਾਣੀ ਕਹਿੰਦੀ ਹੈ। ਜਦੋਂ ਓਮ ਨੇ ਮਾਇਆ ਪੈਦਾ ਕੀਤੀ ਤਾਂ ਮਾਇਆ ਪੈਦਾ ਹੋਣ ਦੇ ਨਾਲ ਹੀ ਯੁੱਗ ਪੈਦਾ ਹੋ ਗਿਆ, ਸਮਾਂ ਪੈਦਾ ਹੋ ਗਿਆ, ਕਿਉਂਕਿ ਸਮੇਂ ਦਾ ਪ੍ਰਭਾਵ ਮਾਇਆ ਉੱਪਰ ਹੀ ਪੈਂਦਾ। ਬਾਣੀ ਦੱਖਣੀ ਓਂਕਾਰ ਅੰਦਰ ਇਸ ਦਾ ਪਹਿਲੇ ਪਾਤਸ਼ਾਹ ਜੀ ਇਸ ਪ੍ਰਕਾਰ ਜ਼ਿਕਰ ਕਰਦੇ ਨੇ। ਇਹਦੇ ਰਾਮਗਲੀ ਮਹੱਲਾ ਪਹਿਲਾ। ਦੱਖਣੀ ਓਂਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ। ਓਂਕਾਰ ਬ੍ਰਹਮਾ ਉਤਪਤੀ। ਓਂਕਾਰ ਕੀਆ ਜਿਨ ਚਿੱਤ। ਓਂਕਾਰ ਸੈਲ ਜੁਗ ਭਏ। ਓਂਕਾਰ ਵੇਦ ਨਿਰਮਏ। ਓਂਕਾਰ ਸ਼ਬਦ ਉਧਰੇ। ਓਂਕਾਰ ਗੁਰਮੁਖ ਧਰੇ। ਓਮ ਅੱਖਰ ਸੁਣੋ ਵਿਚਾਰ। ਓਮ ਅੱਖਰ ਤ੍ਰਿਭੁਵਨ ਸਾਰ। ਸੁਣ ਪਾਂਡੇ ਕਹਿ ਲਿਖੋ ਜੰਜਾਲਾ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇਹ ਰਹਾਉ ਦੀ ਪੰਕਤੀ ਹੈ। ਇਹਦੇ ਵਿੱਚ ਦੋ ਰੂਪ ਆਏ ਨੇ ਓਮ ਸ਼ਬਦ ਦੇ। ਇੱਕ ਓਮ ਅਲੱਗ ਆਇਆ, ਊੜੇ ਦਾ ਮੂੰਹ ਖੁੱਲ੍ਹਾ, ਐੜੇ ਦੇ ਉੱਤੇ ਟਿੱਪੀ। ਇੱਕ ਆਹ ਸਰੂਪ ਹੈ, ਊੜੇ ਦਾ ਮੂੰਹ ਖੁੱਲ੍ਹਾ ਵਿੱਚ ਨੰਨਾ ਮੰਮਾ। ਓਮ ਇਹ ਨਾਸ਼ਕ ਦੀ ਧੁਨੀ ਹੈ, ਨੰਨਾ ਜਿਹੜਾ ਵਿੱਚ ਆਉਂਦਾ। ਇਹ ਜੋ ਓਂਕਾਰ ਸ਼ਬਦ ਹੈ, ਓਮ ਕੱਲੀ ਜੋਤ ਨੂੰ ਕਹਿੰਦੇ ਨੇ। ਆਕਾਰ ਓਮ ਦਾ, ਜੋਤ ਦਾ ਆਕਾਰ ਸ਼ਬਦ ਕਹਿੰਦੇ। ਇਸੇ ਸ਼ਬਦ ਨਾਲ ਹੀ ਉਹਦਾ ਉਧਾਰ ਹੋ ਸਕਦਾ ਹੈ। ਓਂਕਾਰ ਨੇ ਆਪਣੀ ਪਹਿਲੀ ਧੁਨੀ, ਪਹਿਲਾ ਸ਼ਬਦ ਓਮ ਪੈਦਾ ਕਰਕੇ ਇਸ ਧੁਨੀ ਨਾਲ ਹੀ ਮਨ ਅਤੇ ਚਿੱਤ ਦੀ ਉਤਪਤੀ ਕੀਤੀ। ਓਮ ਸ਼ਬਦ ਤੋਂ ਬਾਅਦ ਹੀ ਸੈਲ ਜਾਣੀ ਕਿ ਮਾਇਆ ਅਤੇ ਸਮਾਂ ਪੈਦਾ ਹੋਇਆ। ਓਮ ਸ਼ਬਦ ਤੋਂ ਹੀ ਓਂਕਾਰ ਦੇ ਸ਼ਬਦ ਸਰੂਪ ਦੁਆਰਾ ਪੈਦਾ ਕੀਤੇ ਚਿੱਤ ਗੁਰਮੁਖ ਨੇ ਹੀ ਕਲਯੁਗ ਅੰਦਰ ਸਰੀਰ ਧਾਰਨ ਕੀਤਾ। ਜਿਸ ਚਿੱਤ ਨੂੰ ਭਗਤ ਵੀ ਆਖਿਆ ਜਾਂਦਾ ਹੈ ਅਤੇ ਗੁਰ ਵੀ ਆਖਿਆ ਜਾਂਦਾ ਹੈ। ਇਸ ਸੰਸਾਰ ਦੇ ਪਹਿਲੇ ਪੁਰਖ ਨੂੰ ਆਦਿ ਪੁਰਖ ਕਿਹਾ ਜਾਂਦਾ ਹੈ। ਇਹ ਆਦਿ ਪੁਰਖ ਸ਼ਬਦ ਦਾ ਹੀ ਸਰੂਪ ਹੈ। ਇਹ ਆਦਿ ਪੁਰਖ ਰਾਮ ਹੀ ਸ੍ਰਿਸ਼ਟੀ ਦਾ ਕਰਤਾ ਮੰਨਿਆ ਜਾਂਦਾ ਹੈ। ਇਸ ਆਦਿ ਪੁਰਖ ਓਂਕਾਰ ਨੇ ਹੀ ਆਪਣੇ ਹੁਕਮ ਸ਼ਬਦ ਦੁਆਰਾ ਅੱਗੇ ਬ੍ਰਹਮਾ ਭਾਵ ਕਿ ਕ੍ਰਿਸ਼ਨ ਦੀ ਉਤਪਤੀ ਕੀਤੀ ਹੈ। ਗੁਰਬਾਣੀ ਅੰਦਰ ਕ੍ਰਿਸ਼ਨ ਕਾਲੇ ਪੱਖ ਕਰਕੇ ਮਨ ਦੇ ਪਰਥਾਏ ਲਫ਼ਜ਼ ਆਉਂਦਾ। ਕ੍ਰਿਸ਼ਨ ਇਹਨੂੰ ਬ੍ਰਹਮਾ ਵੀ ਕਿਹਾ ਜਾਂਦਾ। ਚਿੱਤ ਮਾਇਆ ਅੰਦਰ ਹੁੰਦਾ ਹੋਇਆ ਵੀ, ਗੁਰਮੁਖ ਮਾਇਆ ਅੰਦਰ ਹੁੰਦਾ ਹੋਇਆ ਵੀ ਮਾਇਆ ਤੋਂ ਕਮਲ ਫੁੱਲ ਵਾਂਗ ਅਲੱਗ ਰਹਿੰਦਾ, ਭਵ ਸਾਗਰ ਤੋਂ ਤਰਿਆ ਰਹਿੰਦਾ। ਕਿਉਂਕਿ ਇਸ ਚਿੱਤ ਗੁਰਮੁਖ ਦਾ ਮੁੱਖ ਗੁਰ ਨਾਲ ਜੁੜਿਆ ਰਹਿੰਦਾ। ਇਸ ਚਿੱਤ ਨੂੰ ਹੀ ਜਨ ਵੀ ਆਖਿਆ ਜਾਂਦਾ। ਇਸ ਨੂੰ ਹੀ ਪੁੰਨੀ
ਭਾਵ ਕਿ ਪੁੰਨ ਕਰਨ ਵਾਲਾ ਮੰਨਿਆ ਜਾਂਦਾ ਹੈ। ਓਮ ਦੁਆਰਾ ਪੈਦਾ ਕੀਤੇ ਮਨ ਨੂੰ ਪਾਪੀ ਮੰਨਿਆ ਜਾਂਦਾ ਹੈ। ਪਾਪੀ ਤੋਂ ਭਾਵ ਹੈ ਬੁਰਾ ਸੋਚਣ ਵਾਲਾ। ਬੁਰਾ ਸੋਚਣਾ ਹੀ ਸਭ ਤੋਂ ਭੈੜਾ ਕਰਮ ਆਖਿਆ ਜਾਂਦਾ ਹੈ। ਚੰਗਾ ਸੋਚਣਾ ਹੀ ਪੁੰਨ ਹੁੰਦਾ ਹੈ। ਗੁਰਬਾਣੀ ਦੀ ਵਿਚਾਰ ਅਨੁਸਾਰ ਚਿੱਤ ਅਤੇ ਮਨ ਚੰਗਾ ਅਤੇ ਮਾੜਾ ਸੋਚਣ ਤੱਕ ਹੀ ਸੀਮਿਤ ਹਨ। ਚੰਗਾ ਅਤੇ ਮਾੜਾ, ਪਾਪ ਅਤੇ ਪੁੰਨ ਕਰਨਾ ਇਹਨਾਂ ਦੇ ਵੱਸ ਤੋਂ ਬਾਹਰ ਹੈ, ਕਿਉਂਕਿ ਕਰਨ ਕਰਾਵਨਹਾਰ ਤਾਂ ਇਹਨਾਂ ਦੋਨਾਂ ਦਾ ਸੁਆਮੀ ਪਰਮ ਪੁਰਖ ਹੀ ਹੈ। ਤਿੰਨ ਹੀ ਪੁਰਖਾਂ ਦਾ ਜ਼ਿਕਰ ਗੁਰਬਾਣੀ ਅੰਦਰ ਆਉਂਦਾ ਹੈ। ਇੱਕ ਤਾਂ ਪਰਮ ਪੁਰਖ ਦਾ ਜ਼ਿਕਰ ਆਉਂਦਾ ਹੈ, ਜਿਹਨੂੰ ਪਰਮ ਜੋਤ ਵੀ ਆਖਿਆ ਜਾਂਦਾ ਹੈ। ਇੱਕ ਆਦਿ ਪੁਰਖ ਦਾ ਜ਼ਿਕਰ ਆਇਆ, ਇੱਕ ਪੁਰਖ ਦਾ ਜ਼ਿਕਰ ਆਇਆ। ਤਿੰਨ ਆਏ ਨੇ ਜ਼ਿਕਰ। ਪਰਮ ਪੁਰਖ ਨੂੰ ਹਾਕਮ ਵੀ ਕਿਹਾ ਜਾਂਦਾ ਹੈ, ਜਿਹਨੂੰ ਪਰਮ ਪੁਰਖ ਨੂੰ ਇੱਕ ਕਿਹਾ ਜਾਂਦਾ ਹੈ। ਏਕ ਓਂਕਾਰ ਨਿਰਾਲਾ ਕਿਹਾ ਜਾਂਦਾ ਹੈ, ਭਾਵ ਕਿ ਅਜੂਨੀ। ਦੂਜਾ ਹੈ ਹਾਕਮ ਦੇ ਹੁਕਮ ਨੂੰ ਲਾਗੂ ਕਰਨ ਵਾਲਾ ਆਦਿ ਪੁਰਖ, ਮਾਇਆ ਤੋਂ ਅਲਿਪਤ ਰਹਿ ਕੇ। ਤੀਜਾ ਹੈ ਜਿਹੜਾ ਪੁਰਖ ਜਿਹਨੇ ਹੁਕਮ ਮੰਨਣਾ ਹੈ, ਜਿਹਦੇ 'ਤੇ ਹੁਕਮ ਲਾਗੂ ਹੈ, ਜਿਹੜਾ ਮਾਇਆ ਵਿੱਚ ਲਿਪਤ ਹੈ। ਮਨ ਮਾਇਆ ਵਿੱਚ ਲਿਪਤ ਹੈ। ਇਸ ਕਰਕੇ ਇਹ ਤਿੰਨ ਪੁਰਖਾਂ ਦਾ ਜ਼ਿਕਰ ਆਇਆ ਹੈ। ਆਦਿ ਪੁਰਖ ਦੀ ਗੱਲ ਗੁਰਬਾਣੀ ਕਰਦੀ ਹੈ ਵੀ ਜਿਹੜਾ ਸ਼ਬਦ ਹੈ, ਕਿਉਂਕਿ ਗੁਰਮੁਖ ਸ਼ਬਦ ਸਰੂਪ ਹੀ ਹੁੰਦਾ ਹੈ, ਦੇਹੀ ਤਾਂ ਗੁਰਮੁਖ ਹੁੰਦੀ ਨਹੀਂ। ਇਹਦਾ ਜ਼ਿਕਰ ਕਰਦੇ ਨੇ ਸਤਿਗੁਰ। ਸੰਸਾਰ ਅੰਦਰ ਸਭ ਤੋਂ ਪਹਿਲਾਂ ਸ਼ਬਦ ਹੀ ਪੈਦਾ ਹੋਇਆ। ਸਭ ਤੋਂ ਪਹਿਲਾਂ ਸ਼ਬਦ ਪੈਦਾ ਹੋਇਆ, ਹੁਕਮੇ ਪੈਦਾ ਹੋਇਆ। ਇਸ ਪੈਦਾ ਹੋਏ ਸ਼ਬਦ ਓਮ ਨੇ ਹੀ ਸਭ ਕਾਸੇ ਦੀ ਉਤਪਤੀ ਕੀਤੀ ਹੈ। ਓਂਕਾਰ ਸ਼ਬਦ ਨੇ, ਓਂਕਾਰ ਨੇ ਹੀ ਸਭ ਕਾਸੇ ਦੀ ਉਤਪਤੀ ਕੀਤੀ ਹੈ, ਜਿਹਦਾ ਜ਼ਿਕਰ ਗੁਰਬਾਣੀ ਕਰਦੀ ਹੈ। ਸ਼ਬਦੋਂ ਹੀ ਸਭ ਉਪਤੀ ਹੋਵੈ, ਸ਼ਬਦੈ ਰਹਿ ਸਮਾਈ। ਇਸ ਲਈ ਸ਼ਬਦ ਹੀ ਆਦਿ ਪੁਰਖ ਹੈ ਅਤੇ ਸ਼ਬਦ ਹੀ ਕਰਤਾ ਪੁਰਖ ਹੈ, ਜੋ ਕਰਦਾ ਹੈ ਪਿੱਛੇ। ਕਿਉਂਕਿ ਜਦੋਂ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ, ਜਦੋਂ ਸਮਾਂ ਸ਼ੁਰੂ ਹੁੰਦਾ ਹੈ, ਯੁੱਗਾਂ ਦਾ ਆਦਿ ਸ਼ੁਰੂ ਹੁੰਦਾ ਹੈ, ਉਸ ਸਮੇਂ ਹੀ ਜਿਹੜਾ ਪੁਰਖ ਹੈ ਮਨ ਸਰੀਰ ਧਾਰਨ ਕਰਕੇ ਪ੍ਰਗਟ ਹੁੰਦਾ ਹੈ। ਗਰਭ ਤੋਂ ਬਾਹਰ ਆ ਜਾਣ ਤੋਂ ਬਾਅਦ ਹੀ ਕਿਸੇ ਵੀ ਜੀਵ ਦਾ ਸਮਾਂ ਸ਼ੁਰੂ ਹੋਣਾ ਧਰਮ ਅੰਦਰ ਮੰਨਿਆ ਜਾਂਦਾ ਹੈ। ਇਹ ਦੋਨੋਂ ਭਰਾਵਾਂ ਵੱਲੋਂ ਹੀ, ਮਨ ਅਤੇ ਚਿੱਤ ਵੱਲੋਂ ਹੀ ਆਪਸ ਵਿੱਚ ਮਿਲ ਕੇ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ, ਲਾਹਾ ਖੱਟਣ ਲਈ। ਜਿਹਾਂ ਕਿ ਗੁਰਬਾਣੀ ਦਾ ਫਰਮਾਨ ਹੈ, ਪਾਪ ਪੁੰਨ ਦੋਨੋਂ ਭਾਈ, ਪਾਪ ਪੁੰਨ ਦੋਨੋਂ ਭਾਈ, ਦੂਹੂੰ ਮਿਲ ਕੇ ਸ੍ਰਿਸ਼ਟੀ ਉਪਾਈ। ਗੁਰਮੁਖੀ ਬੁੱਧੀ ਆਪਣੇ ਮਨ ਨੂੰ ਗਿਆਨ ਗੁਰ ਨਾਲ ਬੰਨ੍ਹ ਕੇ, ਘੇਰ ਕੇ ਗਿਆਨ ਨਾਲ ਸੰਸਾਰ ਤੋਂ ਲਾਹਾ ਖੱਟ ਜਾਂਦੀ ਹੈ, ਅਤੇ ਮਨਮੁਖੀ ਬੁੱਧੀ ਆਪਣਾ ਮੂਲ ਵੀ ਗਵਾ ਕੇ ਸੰਸਾਰ ਤੋਂ ਰੁਖਸਤ ਹੋ ਜਾਂਦੀ ਹੈ। ਗੁਰਮੁਖੀ ਹੀ ਆਪਣੇ ਦੁਆਰਾ ਪੈਦਾ ਕੀਤੇ ਗਏ ਬ੍ਰਹਮਾ, ਭਾਵ ਕਿ ਮਨ ਦੀ ਸਹਾਇਤਾ ਨਾਲ, ਅਤੇ ਆਪਣੇ ਦੁਆਰਾ ਪੈਦਾ ਕੀਤੇ ਗਏ 52 ਅੱਖਰਾਂ ਦੀ ਸਹਾਇਤਾ ਨਾਲ ਵੇਦਾਂ, ਭਾਵ ਕਿ ਗਿਆਨ ਦਾ ਨਿਰਮਾਣ ਕਰਦੀ ਹੈ। 52 ਅੱਖਰਾਂ ਨੂੰ ਜੋੜ ਕੇ ਹੀ ਕੋਈ ਭਗਤ ਜਾਂ ਗੁਰਮੁਖ ਜਨ ਗੁਰਬਾਣੀ ਦੀ ਰਚਨਾ ਕਰਿਆ ਕਰਦਾ ਹੈ। ਓਂਕਾਰ ਦੇ ਪੈਦਾ ਕੀਤੇ ਗੁਰਮੁਖ ਦੁਆਰਾ ਉਤਪਤ ਕੀਤੇ ਅੱਗੇ ਬ੍ਰਹਮਾ ਨੂੰ ਹੀ ਚਾਰੇ ਵੇਦ ਬੋਲਣ ਅਤੇ ਲਿਖਣ ਲਈ ਦਿੱਤੇ ਜਾਂਦੇ ਹਨ। ਇੱਕ ਓਂਕਾਰ ਦੁਆਰਾ ਪੈਦਾ ਕੀਤੇ ਬ੍ਰਹਮੇ ਨੇ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਐਸੇ ਬੇਅੰਤ ਬ੍ਰਹਮੇ ਨਵੀਂ ਤੋਂ ਨਵੀਂ ਘਾਟ ਘੜਨ ਲਈ ਇੱਕ ਓਂਕਾਰ ਨੇ ਪੈਦਾ ਕਰ ਰੱਖੇ ਹਨ। ਜਿਹਾਂ ਕਿ ਗੁਰਬਾਣੀ ਜਪ ਅੰਦਰ ਵੀ ਜ਼ਿਕਰ ਆਉਂਦਾ ਹੈ ਕਿ ਤੇ ਬ੍ਰਹਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਦੇਹ ਧਾਰਨ ਕਰਕੇ ਹੀ ਜੋਤ ਕਿਉਂਕਿ ਬੁੱਧੀ ਨੂੰ ਆਖਿਆ ਜਾਂਦਾ ਨਾ, ਦੇਹ ਧਾਰਨ ਕਰਕੇ ਹੀ ਜੋਤ ਆਪਣੇ ਗਿਆਨ ਵਿੱਚ ਵਾਧਾ ਕਰਕੇ ਲਾਹਾ ਖੱਟ ਸਕਦੀ ਹੈ। ਪੜ੍ਹ ਕੇ ਅਤੇ ਲਿਖ ਕੇ ਹੀ ਗਿਆਨਵਾਨ ਅਤੇ ਬੁੱਧੀਮਾਨ ਹੋਇਆ ਜਾ ਸਕਦਾ ਹੈ। ਸੁਣਨਾ ਵੀ ਪੜ੍ਹਨਾ ਹੀ ਮੰਨਿਆ ਜਾਂਦਾ ਹੈ। ਗਿਆਨ ਨੂੰ ਬੋਲੇ ਹੋਏ ਗਿਆਨ ਨੂੰ ਸੁਣ ਕੇ, ਜੇ ਕਿਸੇ ਦੁਆਰਾ ਬੋਲੇ ਹੋਏ ਗਿਆਨ ਨੂੰ ਸੁਣ ਕੇ ਹੀ ਅਤੇ ਕਿਸੇ ਦੇ ਗਿਆਨਵਾਨ ਦੇ ਲਿਖੇ ਹੋਏ ਗਿਆਨ ਨੂੰ ਪੜ੍ਹ ਕੇ ਹੀ ਗਿਆਨ ਪ੍ਰਾਪਤ ਕੀਤਾ ਜਾ ਸਕਦਾ। ਗਿਆਨ ਨੂੰ ਸੁਣ ਪੜ੍ਹ ਕੇ ਹੀ ਬਾਅਦ ਵਿੱਚ ਲਿਖਿਆ ਜਾ ਸਕਦਾ। ਲਿਖਿਆ ਹੋਇਆ ਗਿਆਨ ਹੀ
ਪੜ੍ਹੇ ਅਤੇ ਸੁਣੇ ਹੋਏ ਗਿਆਨ ਨੂੰ ਸਾਬਤ ਕਰਿਆ ਕਰਦਾ। ਦੁਬਾਰਾ ਫਿਰ ਬੋਲਾਂਗੇ, ਲਿਖਿਆ ਹੋਇਆ ਗਿਆਨ ਹੀ ਪੜ੍ਹੇ ਅਤੇ ਸੁਣੇ ਹੋਏ ਗਿਆਨ ਨੂੰ ਸਾਬਤ ਕਰਿਆ ਕਰਦਾ। ਇੱਕ ਓਂਕਾਰ ਦੇ ਪੈਦਾ ਕੀਤੇ ਹੋਏ ਸਾਧ ਸ਼ਬਦ ਨਾਲ ਹੀ ਜਗਤ ਦੇ ਜੀਵਾਂ ਦਾ ਅਗਿਆਨਤਾ ਦੇ ਹਨੇਰੇ ਤੋਂ ਛੁਟਕਾਰਾ ਜਾਂ ਉਧਾਰ ਹੋ ਸਕਦਾ। ਹਨੇਰਾ ਅਗਿਆਨਤਾ ਹੀ ਇੱਕ ਐਸਾ ਜਮ ਹੈ ਜੋ ਜੋਤ, ਜੋ ਕਿ ਚੇਤਨ ਹੈ, ਨੂੰ ਘੇਰਿਆ ਕਰਦਾ ਹੈ। ਜੋਤ ਆਤਮਾ ਲਈ ਹਨੇਰਾ ਹੀ ਜਮ ਰੂਪ ਹੁੰਦਾ ਹੈ। ਆਤਮਾ ਦੇ ਧਾਰਨ ਕੀਤੇ ਸਰੀਰ ਲਈ ਉਹਦਾ ਕਾਲ ਕੀ? ਉਹਦੇ ਵਾਸਤੇ ਕਾਲ ਹੈਗਾ ਸਮਾਂ। ਉਹਦੇ ਵਾਸਤੇ ਸਮਾਂ ਜਮ ਹੈ ਸਰੀਰ ਵਾਸਤੇ, ਜੋ ਹਮੇਸ਼ਾ ਸਰੀਰ ਨੂੰ ਆਪਣੇ ਕਾਬੂ ਵਿੱਚ ਰੱਖਦਾ। ਅਗਿਆਨਤਾ ਕਾਰਨ ਆਤਮ ਗਿਆਨ ਨਾ ਹੋਣ ਕਾਰਨ, ਆਤਮਾ ਨੂੰ ਆਪਣੀ ਸੋਝੀ ਨਾ ਹੋਣ ਕਾਰਨ ਹੀ ਕਲਪਨਾ ਪੈਦਾ ਹੋਇਆ ਕਰਦੀ ਹੈ। ਇਹ ਕਲਪਨਾ ਵੀ ਜੋਤ ਲਈ ਕਾਲ ਰੂਪ ਹੁੰਦੀ ਹੈ। ਪਰ ਜੇਕਰ ਬੁੱਧੀ ਜੋਤ ਆਪਣੇ ਮੂਲ ਆਦਿ ਪੁਰਖ ਵਿੱਚ ਸਮਾਈ ਰਹੇ, ਪਾਪ ਕੇ ਸ਼ਬਦ ਵਿੱਚ ਜੁੜੀ ਰਹੇ, ਤਾਂ ਕਲਪਨਾ ਰੂਪੀ ਕਾਲ ਅਤੇ ਹਨੇਰੇ ਰੂਪੀ ਜਮ ਤੋਂ ਬਚਿਆ ਜਾ ਸਕਦਾ ਹੈ। ਜੇਕਰ ਜੀਵਾਤਮਾ ਹਰ ਨਾਮ ਪ੍ਰਾਪਤ ਕਰਦੀ ਰਹੇ। ਜਮ ਕਾਲ ਇਸ ਦਾ ਕੁਝ ਵੀ ਵਿਗਾੜ ਨਹੀਂ ਸਕਦਾ, ਕਿਉਂਕਿ ਹਨੇਰਾ ਤਾਂ ਚਾਨਣ ਤੋਂ ਦੂਰ ਭੱਜਿਆ ਕਰਦਾ ਹੈ। ਹਨੇਰੇ ਵਿੱਚ ਹੀ ਕਲਪਨਾ ਜਾਂ ਚਿੰਤਾ ਪੈਦਾ ਹੋਇਆ ਕਰਦੀ ਹੈ। ਭਗਤ ਕਬੀਰ ਜੀ ਕਲਪਨਾ ਨੂੰ ਹੀ ਆਤਮਾ ਦਾ ਕਾਲ ਮੰਨਦੇ ਹਨ। ਪਰ ਜੇ ਹਰ ਨੂੰ ਜਪਦੀ ਰਹੇ ਤਾਂ ਜਮ ਇਹਨੂੰ ਕੁਛ ਵੀ ਨਹੀਂ ਕਹਿ ਸਕਦਾ, ਜਿਹਦਾ ਜ਼ਿਕਰ ਸਤਿਗੁਰੂ ਕਰਦੇ ਨੇ। ਕਹਿੰਦੇ ਹਰ ਹਰ ਨਾਮ ਜਪੰਦਿਆਂ, ਹਰ ਹਰ ਨਾਮ ਜਪੰਦਿਆਂ ਕਛ ਨਾ ਕਹੈ ਜਮ ਕਾਲ। ਇਸ ਕਲਪਨਾ ਰੂਪੀ ਕਾਲ ਦਾ ਜ਼ਿਕਰ ਭਗਤ ਕਬੀਰ ਜੀ ਵੀ ਕਹਿੰਦੇ ਨੇ। ਕਹਿੰਦੇ ਜੇ ਆਦਿ ਪੁਰਖ ਵਿੱਚ ਸਮਾਈ ਰਹੇ, ਭਾਵ ਕੇ ਸ਼ਬਦ ਵਿੱਚ ਸਮਾਈ ਰਹੇ ਸੁਰਤ ਆਤਮਾ ਦੀ, ਕਹਿੰਦੇ ਕਾਲ ਕਲਪਨਾ ਕਦੇ ਨਾ ਖਾਏ। ਕਾਲ ਕਲਪਨਾ ਕਦੇ ਨਾ ਖਾਏ, ਸ਼ਰਤ ਕੀ ਹੈ? ਆਦਿ ਪੁਰਖ ਮੈਂ ਰਹੇ ਸਮਾਏ, ਸਮਾਈ ਰਹੇ, ਜੁੜੀ ਰਹੇ। ਗੁਰਮਤਿ ਅੰਦਰ ਗਿਆਨ ਨੂੰ ਹੀ ਜੋਤ ਅਤੇ ਪ੍ਰਕਾਸ਼ ਮੰਨਿਆ ਗਿਆ। ਜਿੱਥੇ ਗਿਆਨ ਜਾਂ ਰੋਸ਼ਨੀ ਹੁੰਦੀ ਹੈ, ਉੱਥੇ ਕਲਪਨਾ ਜਨਮ ਹੀ ਨਹੀਂ ਲੈ ਸਕਦੀ। ਕਲਪਨਾ ਮਾਇਆ ਦੇ ਲੋਭ ਕਰਕੇ ਪੈਦਾ ਹੋਇਆ ਕਰਦੀ ਹੈ। ਜਿੱਥੇ ਲੋਭ ਹਾਜ਼ਰ ਹੁੰਦਾ ਹੈ, ਉੱਥੇ ਹੀ ਕਾਲ ਹੁੰਦਾ ਹੈ। ਜਿੱਥੇ ਗਿਆਨ ਹਾਜ਼ਰ ਹੁੰਦਾ ਹੈ, ਉੱਥੇ ਧਰਮ ਸੱਚ ਹੁੰਦਾ ਹੈ, ਜਿਹਦਾ ਜ਼ਿਕਰ ਗੁਰਬਾਣੀ ਕਰਦੀ ਹੈ ਵੀ ਜਹ ਗਿਆਨ ਤੈ ਧਰਮ ਹੈ, ਜਹ ਗਿਆਨ ਤੈ ਧਰਮ ਹੈ। ਧਰਮ ਪ੍ਰਕਾਸ਼ ਦਾ ਹੀ ਨਾਮ ਹੈ, ਪ੍ਰਕਾਸ਼ ਵੰਡਦਾ ਧਰਮ। ਕਹਿੰਦੇ ਜਹ ਝੂਠ ਤੈ ਪਾਪ, ਜਹ ਲੋਭ ਤੈ ਕਾਲ ਹੈ, ਜਹ ਖਿਮਾ ਤੈ ਆਪ। ਪ੍ਰਕਾਸ਼ ਤਾਂ ਉਲਟਾ ਹਨੇਰੇ ਦਾ ਕਾਲ ਹੈ, ਪ੍ਰਕਾਸ਼ ਤਾਂ ਉਲਟਾ ਹਨੇਰੇ ਦਾ ਕਾਲ ਹੈ। ਜਿਹੜਾ ਜੀਵ ਗਿਆਨ ਤੋਂ, ਰੋਸ਼ਨੀ ਤੋਂ ਦੂਰ ਭੱਜਦਾ ਹੈ, ਉਹ ਜੀਵ ਹੀ ਹਨੇਰੇ ਦੀ ਗਿਰਫਤ ਵਿੱਚ ਰਹਿੰਦਾ ਹੈ। ਆਤਮਾ ਲਈ ਜੋ ਕਿ ਜੋਤ ਸਰੂਪ ਹੈ, ਵਾਸਤੇ ਹਨੇਰਾ ਹੀ ਜਮ ਦੀ ਫਾਂਸੀ ਜਾਂ ਫਾਹੀ ਹੈ। ਆਤਮਾ ਦੇ ਧਾਰਨ ਕੀਤੀ ਹੋਈ ਦੇਹੀ ਲਈ ਜਿਹੜਾ ਕਾਲ ਉਹ ਸਮਾਂ ਹੀ ਜਮ ਬੰਦ ਹੈ। ਪੰਜ ਭੂਤਕ ਦੇਹੀ ਪ੍ਰਗਟ ਦੇਹੀ ਹੈ ਅਤੇ ਬੁੱਧੀ ਨਿਰਾਕਾਰੀ ਗੁਪਤ ਦੇਹੀ ਹੈ। ਗੁਪਤ ਦੇਹੀ ਜੋ ਕਿ ਗਿਆਨ ਦੇ ਬਲ, ਗਿਆਨ ਦੀ ਸ਼ਕਤੀ ਕਰਕੇ ਦੀ ਅਣਹੋਂਦ ਕਾਰਨ ਨਿਰਬਲ ਹੈ। ਪਰੰਤੂ ਜੀਵ ਇਸ ਨਿਰਬਲ ਦੇਹੀ ਨੂੰ ਵਿਸਾਰ ਕੇ ਬਾਹਰਲੀ ਦੇਹੀ ਦੇ ਪਾਲਣ ਪੋਸ਼ਣ ਵਿੱਚ ਖਚਿਤ ਹੋ ਕੇ ਹੀ ਆਪਣਾ ਪ੍ਰਾਪਤ ਕੀਤਾ ਸਮਾਂ ਬਰਬਾਦ ਕਰ ਲਿਆ। ਨਿਰਾਕਾਰੀ ਦੇਹੀ ਬੁੱਧੀ ਨੂੰ ਗੁਰਬਾਣੀ ਪਾਲਣ ਉੱਤੇ ਜ਼ੋਰ ਦੇ ਰਹੀ ਹੈ ਵੀ ਨਾਨਕ ਹਰ ਸਿਮਰੀਏ ਇਸ ਦੇਹੀ ਕੋ ਪਾਲ। ਜੇ ਹਰ ਦਾ ਸਿਮਰਨ ਕਰਦੀ ਰਹੇ, ਹਰ ਹਰ ਨਾਮ ਜਪੰਦਿਆ ਕਛ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤ ਤੇ ਮਿਲੇ ਗੋਪਾਲ। ਅੰਤ ਨੂੰ ਗੋਪਾਲ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਪਰ ਇਸ ਤੋਂ ਉਲਟ ਬਾਹਰਲੀ ਦੇਹੀ ਬਾਰੇ ਗੁਰਬਾਣੀ ਸੁਚੇਤ ਕਰਦੀ ਹੋਈ ਉਪਦੇਸ਼ ਕਰਦੀ ਹੈ ਕਿ ਅਨੇਕ ਯਤਨ ਕਰ ਕਾਇਆ ਪਾਲੀ, ਅੰਤ ਕੀ ਬਾਰ ਅਗਨੀ ਸੰਗ ਜਾਲੀ। ਭਗਤ ਕਬੀਰ ਜੀ ਵੀ ਇਸ ਬਾਹਰਲੀ ਦੇਹੀ ਦਾ ਜ਼ਿਕਰ ਕਰਦੇ ਨੇ
ਵੀ ਹਾੜ ਜਲੇ ਜਿਉਂ ਲਾਕੜੀ, ਕੇਸ ਜਲੇ ਜਿਉਂ ਘਾਸ, ਇਹ ਤਨ ਜਲਤਾ ਦੇਖ ਕੇ ਭਇਓ ਕਬੀਰ ਉਦਾਸ। ਪਹਿਲੇ ਪਾਤਸ਼ਾਹ ਜੀ ਪਾਂਡੇ ਨਾਲ ਓਮ ਅੱਖਰ ਦੀ ਵਿਚਾਰ ਕਰਦੇ ਹੋਏ ਆਖਦੇ ਹਨ ਕਿ ਹੇ ਪਾਂਡੇ, ਤੂੰ ਅੱਖਰਾਂ ਰਾਹੀਂ ਜੰਜਾਲ ਲਿਖ ਰਿਹਾ ਹੈ। ਤੂੰ ਅੱਖਰਾਂ ਦਾ ਜਾਲ ਬੁਣ ਕੇ, ਭਾਵ ਕਿ ਮਾਇਆ ਦਾ ਗਿਆਨ ਕਰਵਾ ਕੇ ਆਪਣੇ ਬਣਾਏ ਹੋਏ ਚੇਲਿਆਂ ਨੂੰ ਭਰਮ ਜਾਲ ਵਿੱਚ ਫਸਾ ਰਿਹਾ। ਜੇ ਤੂੰ ਗੁਰੂ ਬਣਿਆ ਸੰਸਾਰ ਦਾ, ਇਸ ਓਮ ਅੱਖਰ ਤੋਂ ਪੈਦਾ ਹੋਏ ਸਭ ਅੱਖਰਾਂ ਰਾਹੀਂ, ਇਸ ਓਮ ਅੱਖਰ ਤੋਂ ਪੈਦਾ ਹੋਏ ਸਭ ਅੱਖਰਾਂ ਰਾਹੀਂ ਰਾਮ ਦਾ ਨਾਮ ਲਿਖਣਾ ਕਰ। ਇਹ ਓਂਕਾਰ ਦਾ ਸ਼ਬਦ, ਓਮ ਦਾ ਸ਼ਬਦ ਉਸ ਗੁਰੂ ਦੇ ਮੁਖ ਤੋਂ ਪੈਦਾ ਹੋਇਆ ਹੈ। ਇਹ ਓਂਕਾਰ ਦੀ ਧੁਨੀ, ਓਮ ਦੀ ਧੁਨੀ ਹੈ ਜਿਹੜੀ ਉਸ ਗੁਰੂ ਦੇ ਮੂੰਹ ਤੋਂ ਪੈਦਾ ਹੋਈ ਹੈ, ਜੋ ਪਰਮੇਸ਼ਰ ਹੈ, ਜੋ ਆਪਣੇ ਸ਼ਬਦ ਰਾਹੀਂ ਸੰਸਾਰੀ ਜੀਵਾਂ ਦੀ ਹਰ ਪ੍ਰਕਾਰ ਦੀ ਪਾਲਣਾ ਕਰ ਰਿਹਾ ਹੈ। ਇਸ ਲਈ ਉਸ ਨੂੰ ਪਹਿਲੇ ਪਾਤਸ਼ਾਹ ਜੀ ਗੁਰਮੁਖੀ ਗੋਪਾਲਾ ਆਖ ਰਹੇ ਹਨ। ਇਸ ਸੱਚ ਦੇ ਓਂਕਾਰ ਸ਼ਬਦ ਨੂੰ ਸਾਜ ਸ਼ਬਦ ਕਿਹਾ ਗਿਆ ਹੈ। ਇਹ ਸ਼ਬਦ ਦੀ ਹੀ ਸਾਰੀ ਸ੍ਰਿਸ਼ਟੀ ਦੇ ਜੀਵਾਂ ਦਾ ਗੁਰੂ ਹੈ। ਗੁਰਬਾਣੀ ਦੀ ਸਾਰੀ ਰਚਨਾ ਜੋ ਕਿ ਅੱਖਰਾਂ ਵਿੱਚ ਲਿਖੀ ਗਈ ਹੈ, ਇਸੇ ਓਮ ਦੇ ਫਰਮਾਏ ਗਏ ਅੱਖਰਾਂ ਦੁਆਰਾ ਹੀ ਕੀਤੀ ਗਈ ਹੈ। ਇਹ ਸ਼ਬਦ ਜਿਹਨੂੰ ਨਾਦ ਆਖਦੇ ਨੇ, ਗੁਰਮੁਖ ਦੇ ਮੁਖ ਰਾਹੀਂ ਹੀ ਬੋਲਿਆ ਗਿਆ ਹੈ। ਚਿੱਤ ਜੋ ਕਿ ਓਂਕਾਰ ਨੇ ਪੈਦਾ ਕੀਤਾ ਹੈ ਹੀ ਗੁਰੂ ਦਾ ਮੁਖ ਹੈ। ਚਿੱਤ ਨੂੰ ਬੋਲਣ ਲਈ ਆਕਾਸ਼ ਅਤੇ ਹਵਾ ਦੀ ਜ਼ਰੂਰਤ ਨਹੀਂ ਪੈਂਦੀ। ਚਿੱਤ ਨੂੰ ਬੋਲਣ ਲਈ ਆਕਾਸ਼ ਅਤੇ ਹਵਾ ਦੀ ਜ਼ਰੂਰਤ ਨਹੀਂ ਪੈਂਦੀ। ਗੁਰੂ ਦੇ ਮੁਖ ਤੋਂ ਬੋਲਿਆ ਹੋਇਆ ਸ਼ਬਦ ਬਿਨਾਂ ਕੰਨਾਂ ਤੋਂ ਸੁਣਿਆ ਜਾ ਸਕਦਾ ਹੈ। ਇਸੇ ਲਈ ਗੁਰਮੁਖ ਤੋਂ ਬੋਲੀ ਗਈ ਬਾਣੀ ਨੂੰ ਧੁਰਕੀ ਬਾਣੀ ਆਖਦੇ ਹਨ, ਨਿਰਾਕਾਰੀ ਬਾਣੀ ਆਖਦੇ ਹਨ। ਓਂਕਾਰ ਦੀ ਧੁਨੀ, ਓਮ ਦੀ ਧੁਨੀ ਹੈ ਜਿਹੜੀ ਕਾਂਸ਼ੀ ਤੋਂ ਪੈਦਾ ਹੁੰਦੀ ਹੈ। ਆਕਾਸ਼ ਰਹਿਤ ਠੋਸ ਸਥਾਨ ਨੂੰ ਹੀ ਕਾਂਸ਼ੀ ਆਖਿਆ ਜਾਂਦਾ ਹੈ। ਇਸ ਠੋਸ ਸਥਾਨ 'ਤੇ ਹੀ, ਭਾਵ ਕਿ ਕਾਂਸ਼ੀ ਵਿੱਚ ਹੀ ਓਮ ਅਤੇ ਹੋਰ ਧੁਨੀਆਂ ਅਤੇ ਸਭ ਅੱਖਰਾਂ ਨੂੰ ਪੈਦਾ ਕਰਨ ਵਾਲਾ ਖੁਦ ਆਪ ਬਿਰਾਜਮਾਨ ਹੈ। ਇਸ ਠੋਸ ਸਥਾਨ ਵਾਲੇ ਗਗਨ ਨੂੰ ਹੀ ਗਗਨ ਅੰਤਰ ਕਿਹਾ ਜਾਂਦਾ ਹੈ। ਗਗਨ ਅੰਤਰ, ਇੱਥੇ ਜਿਹੜਾ ਦੋ ਸ਼ਬਦਾਂ ਦੀ ਸੰਧੀ ਹੈ, ਜੋ ਸਰੂਪ ਹੈ ਇੱਥੇ ਗੁਰਬਾਣੀ 'ਚ ਦੋ ਗੱਗੇ, ਨੰਨੇ 'ਤੇ ਟਿੱਪੀ, ਤੱਤਾ ਅਤੇ ਰਾਰੇ ਨੂੰ ਸਿਹਾਰੀ ਹੈ। ਗਗਨ ਅੰਤਰ ਜੋ ਸਾਡੇ ਗਗਨ ਅੰਦਰ ਹੈ, ਇਸੇ ਅੰਦਰਲੇ ਠੋਸ ਗਗਨ ਵਿੱਚ ਹੀ ਸ਼ਬਦ ਦਾ ਦਮਾਮਾ ਵੱਜਿਆ ਕਰਦਾ ਹੈ। ਠੋਸ ਗਗਨ ਤੋਂ ਭਾਵ ਹੈ ਜਿੱਥੇ ਜੋਤ ਰੂਪ ਹਰੀ ਆਪ ਬਿਰਾਜਮਾਨ ਹੈ। ਹਰ ਜੋਤ ਕਰਕੇ ਹੀ ਸਾਰਾ ਗਗਨ ਅੰਦਰਲਾ ਰੋਸ਼ਨੀ ਪ੍ਰਕਾਸ਼ ਨਾਲ ਭਰਿਆ ਪਿਆ। ਅੰਦਰਲਾ ਗਗਨ ਜਿੱਥੇ ਜੋਤ ਬਿਰਾਜਮਾਨ ਹੈ, ਹਰ ਜੋਤ। ਮਾਇਆ ਦਾ ਪਸਾਰਾ ਖਾਲੀ ਗਗਨ ਵਿੱਚ ਹੈ। ਖਾਲੀ ਗਗਨ ਨੂੰ ਹੀ ਪੁਲਾੜ ਕਿਹਾ ਜਾਂਦਾ ਹੈ। ਜਿਤਨੇ ਵੀ ਖੰਡ, ਬ੍ਰਹਮੰਡ, ਆਕਾਸ਼ ਅਤੇ ਪਤਾਲ ਹਨ, ਸਭ ਖਾਲੀ ਪੁਲਾੜ ਹੀ ਵਿੱਚ ਹੀ ਸਥਿਤ ਕੀਤੇ ਹੋਏ ਹਨ। ਗਗਨ ਵਿੱਚ, ਖਾਲੀ ਗਗਨ 'ਚ, ਜਿਹਨੂੰ ਪੁਲਾੜ ਕਿਹਾ ਜਾਂਦਾ ਹੈ, ਉਸ ਗੁਰਪਾਰ ਬ੍ਰਹਮ ਨੇ ਸਥਿਤ ਕੀਤੇ ਨੇ। ਹਨੇਰੇ ਦਾ ਨਾਮ ਆਕਾਸ਼ ਹੈ। ਹਨੇਰੇ ਦਾ ਨਾਮ ਆਕਾਸ਼ ਹੈ। ਇਸ ਹਨੇਰੇ ਆਕਾਸ਼ ਵਿੱਚ ਹੀ ਹਰ ਜੀ ਨੇ ਸੰਸਾਰੀ ਜੀਵਾਂ ਦੇ ਪਾਲਣ ਪੋਸ਼ਣ ਲਈ ਦੋ ਦੀਵੇ, ਸੂਰਜ ਅਤੇ ਚੰਦ ਪੈਦਾ ਕੀਤੇ ਹੋਏ ਹਨ। ਕਰਤੇ ਪੁਰਖ ਨੇ ਜੀਵਾਂ ਦੇ ਧਰਮ ਕਮਾਉਣ ਲਈ ਧਰਤੀ ਥਾਪ ਰੱਖੀ ਹੈ, ਜਿਸ ਨੂੰ ਕਿ ਧਰਮਸ਼ਾਲ ਕਿਹਾ ਜਾਂਦਾ ਹੈ। ਓਂਕਾਰ ਦੇ ਪੈਦਾ ਕੀਤੇ ਸ਼ਬਦ ਨੂੰ ਹੀ ਗੁਰਬਾਣੀ ਅੰਦਰ ਗੁਰ ਜਾਂ ਪੀਰ ਆਖਿਆ ਗਿਆ ਹੈ। ਇਹ ਸ਼ਬਦ ਹੀ ਗਹਿਰ ਅਤੇ ਗੰਭੀਰ ਹੈ। ਇਸੇ ਸ਼ਬਦ ਤੋਂ ਟੁੱਟ ਕੇ ਹੀ ਜੱਗ ਬੌਰਾਨਾ ਝੱਲਾ ਹੋਇਆ ਫਿਰਦਾ ਹੈ। ਇਸੇ ਸ਼ਬਦ ਨੂੰ ਗੁਰਬਾਣੀ ਅੰਦਰ ਕਿਹਾ ਹੈ ਭਈ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ। ਕਹਿੰਦੇ ਇਹ ਫਿਰ ਜੀ ਹੈ ਕਿ ਜਿਹੜਾ ਜੀਆਂ ਦੇ ਅੰਦਰ ਹੈ। ਇਹਦੀ ਅੱਗੇ ਪਰਿਭਾਸ਼ਾ ਕਰਦੇ ਨੇ ਸ਼ਬਦ ਦੀ, ਕਹਿੰਦੇ ਜੀਆਂ ਅੰਦਰ ਜੀਓ ਸ਼ਬਦ ਹੈ। ਸ਼ਬਦ ਸਰੂਪ ਹੈ ਅੰਦਰ, ਜਿਤ ਸਹਿ ਮਿਲਾਵਾ ਹੋਏ, ਜਿਹਦੇ ਨਾਲ, ਜਿਹੜੇ ਸ਼ਬਦ ਨਾਲ
ਜੀਵ ਆਤਮਾ ਆਪਣੀ ਸੁਰਤ ਜੋੜ ਕੇ ਆਪਣੇ ਸਹੁੰ ਦੇ ਨਾਲ ਮਿਲਾਵਾ ਹੋ ਕਰ ਸਕਦੀ ਹੈ। ਕਹਿੰਦੇ ਬਿਨ ਸ਼ਬਦ ਹੈ ਜਗ ਹਨੇਰ ਹੈ, ਇਸੇ ਸ਼ਬਦ ਤੋਂ ਬਿਨਾਂ ਹੀ ਜਗ ਦੇ ਮਨ ਦੇ ਅੰਦਰ ਹਨੇਰਾ ਹੈ। ਕਹਿੰਦੇ ਸ਼ਬਦੇ ਪ੍ਰਗਟ ਹੋਏ, ਸ਼ਬਦ ਦੇ ਨਾਲ ਹੀ ਉਹ ਪ੍ਰਗਟ ਹੋ ਸਕਦਾ ਹੈ। ਕੌਣ ਪ੍ਰਗਟ ਹੋ ਸਕਦਾ? ਜਿਹਦਾ ਇਹ ਸ਼ਬਦ ਹੈ। ਉਹ ਕਹਿੰਦੇ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਹੈ ਜਿਹੜਾ ਪ੍ਰਤੱਖ, ਜਿਹਦਾ ਇਹ ਸ਼ਬਦ ਹੈ, ਜਿਹੜਾ ਹਾਕਮ ਹੈ, ਜਿਹੜਾ ਪਰਮ ਪੁਰਖ ਹੈ। ਇਸੇ ਨੂੰ ਜ਼ਿਕਰ ਕਰਦੇ ਹੋਏ ਗੁਰਬਾਣੀ ਆਖਦੀ ਹੈ ਵੀ ਸ਼ਬਦ ਗੁਰ ਪੀਰਾ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੌਰਾਨੰ। ਇਸੇ ਸ਼ਬਦ ਨੂੰ ਗੁਰੂ ਭਗਤਾਂ ਨੇ ਸੰਸਾਰੀ ਬੋਲੀ ਅੰਦਰ ਦੇਹੀ ਧਾਰਨ ਕਰਕੇ ਬੋਲਿਆ ਅਤੇ ਅੱਖਰਾਂ ਵਿੱਚ ਲਿਖਿਆ, ਜੋ ਕਿ ਗੁਰਬਾਣੀ ਦੇ ਰੂਪ ਵਿੱਚ ਅੱਜ ਸਾਡੇ ਪਾਸ ਮੌਜੂਦ ਹੈ। ਇਸ ਸਾਜ਼ ਸ਼ਬਦ ਰਾਹੀਂ ਦਿੱਤੇ ਗਏ ਗਿਆਨ ਨੂੰ ਹੀ ਨਾਮ ਕਿਹਾ ਜਾਂਦਾ ਹੈ। ਇਸ ਗੁਰਬਾਣੀ ਵਿਚਲੇ ਹਰ ਦੇ ਨਾਮ ਨੂੰ ਹੀ ਹੁਕਮ ਕਿਹਾ ਗਿਆ ਹੈ। ਭਗਤਾਂ ਨੇ ਇਸੇ ਨਾਮ, ਇਸੇ ਹੁਕਮ ਦੀ ਵਿਆਖਿਆ ਕੀਤੀ ਹੈ। ਨਾਨਕ ਪਾਤਸ਼ਾਹ ਜੀ ਵੀ ਇਸੇ ਨਾਮ ਨੂੰ ਵਿਖਿਆਨ ਕਰਦੇ ਹਨ। ਨਾਨਕ ਪਾਤਸ਼ਾਹ ਜੀ ਇਸੇ ਨਾਮ ਨੂੰ ਕਥਨ ਕਰਨਾ ਹੀ ਔਖਾ ਦੱਸਦੇ ਹਨ। ਕਹਿੰਦੇ ਆਖਣ ਔਖਾ ਸਾਚਾ ਨਾਉ। ਇਸ ਸੱਚੇ ਦੇ ਸ਼ਬਦ ਨੂੰ ਕਬੀਰ ਜੀ ਭਾਖਦੇ ਹਨ। ਕਬੀਰ ਜੀ ਜੋ ਕਿ ਆਪਣੇ ਆਪ ਨੂੰ ਕਮੀਰ, ਕਮੀ ਵਾਲਾ ਮੰਨਦੇ ਹੋਏ ਆਪਣੇ ਆਪ ਨੂੰ ਕਬੀਰਾ ਆਖਦੇ ਹਨ। ਕਹਿੰਦੇ ਸੱਚ ਕਾ ਸ਼ਬਦ ਕਬੀਰਾ ਕਹੈ। ਸ਼ਬਦ ਕਿਹਦਾ ਹੈ? ਕਬੀਰ ਦਾ। ਕਬੀਰ ਵੱਡੇ ਨੂੰ ਕਹਿੰਦੇ ਨੇ ਕਬੀਰ ਤੂੰ, ਕਬੀਰਾ ਤੂੰ ਹੀ, ਤੇਰੋ ਨੌ ਕਬੀਰ। ਕਹਿੰਦੇ ਸੱਚ ਕਾ ਸ਼ਬਦ ਕਬੀਰਾ ਕਹੈ, ਸੱਚ ਦਾ ਕਿਹਾ ਹੋਇਆ ਸ਼ਬਦ ਹੀ ਕਬੀਰਾ ਆਖਦਾ। ਓਂਕਾਰ ਦੇ ਇਸ ਸ਼ਬਦ ਨੂੰ ਅਨਹਦ ਸ਼ਬਦ ਜਾਂ ਅਨਹਤ ਸ਼ਬਦ ਵੀ ਕਿਹਾ ਗਿਆ ਗੁਰਬਾਣੀ ਅੰਦਰ। ਗੁਰ ਕਾ ਸ਼ਬਦ ਜੋ ਕਿ ਗੁਰਬਾਣੀ ਰੂਪ ਵਿੱਚ ਹੈ ਵੀ ਇਸੇ ਛਾ ਸ਼ਬਦ ਦੀ ਹੀ ਵਿਆਖਿਆ ਕਰ ਰਿਹਾ ਹੈ। ਇੱਕ ਓਂਕਾਰ ਦੇ ਮੁੱਖ ਗੁਰਮੁਖ ਵੱਲੋਂ ਬੋਲੇ ਹੋਣ ਕਰਕੇ ਹੀ ਇਸ ਸ਼ਬਦ ਨੂੰ ਗੁਰਬਾਣੀ ਅੰਦਰ ਕਵਾਓ ਕਿਹਾ ਗਿਆ। ਕਵਾਓ ਗੁਰਬਾਣੀ ਅਤੇ ਹੋਰ ਸਭ ਕਿਸਮਾਂ ਦੇ ਗਿਆਨ ਦੇ ਗ੍ਰੰਥ ਦਾ ਪਸਾਓ, ਪਸਾਰਾ ਇਸੇ ਕਵਾਓ ਸ਼ਬਦ ਤੋਂ ਹੀ ਹੋਇਆ ਹੈ। ਇਸੇ ਲਈ ਊੜਾ, ਐੜਾ ਅਤੇ ਈੜੀ ਤਿੰਨ ਹੀ ਸਵਰ ਅੱਖਰ ਹਨ। ਬਾਕੀ ਦੇ 32 ਅੱਖਰ ਵਿਅੰਜਨ ਹਨ। ਸਵਰ ਅਤੇ ਵਿਅੰਜਨ ਅੱਖਰਾਂ ਦੇ ਮੇਲ ਅਤੇ ਲਗਾ ਅੱਖਰਾਂ ਦੀ ਸਹਾਇਤਾ ਨਾਲ ਹੀ ਸ਼ਬਦ ਪ੍ਰਗਟ ਹੁੰਦਾ ਹੈ, ਸ਼ਬਦ ਹੋਂਦ ਵਿੱਚ ਆਉਂਦਾ ਹੈ। ਜੋ ਸ਼ਬਦ ਕਿ ਮੂੰਹ ਨਾਲ ਬੋਲਿਆ ਅਤੇ ਕੰਨਾਂ ਨਾਲ ਸੁਣਿਆ ਜਾਂਦਾ ਹੈ, ਬਾਣੀ ਜਪ ਅੰਦਰ ਨਾਨਕ ਪਾਤਸ਼ਾਹ ਜੀ ਆਖਦੇ ਹਨ ਕਿ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਇਸੇ ਓਂਕਾਰ ਦੇ, ਇਸੇ ਓਮ ਦੇ ਸ਼ਬਦ ਦੇ ਕੀਤੇ ਹੋਏ ਅੱਖਰਾਂ ਦੇ ਪਸਾਰੇ ਨੇ ਹੀ ਸੰਸਾਰ ਵਿੱਚ ਗੁਰ ਰੂਪੀ ਦਰਿਆਓ ਪੈਦਾ ਕੀਤੇ ਹਨ। ਗੁਰਬਾਣੀ ਅੰਦਰ ਗੁਰ ਨੂੰ ਦਰਿਆਓ ਕਿਹਾ ਗਿਆ ਹੈ। ਇਸੇ ਇੱਕ ਕਵਾਓ ਜਿਸ ਨੂੰ ਕਿ ਏਕ ਸ਼ਬਦ ਵੀ ਕਿਹਾ ਗਿਆ ਹੈ ਨੇ ਹੀ ਲੱਖਾਂ ਗੁਰ ਦਰਿਆ ਪੈਦਾ ਕੀਤੇ ਹਨ। ਇਹ ਏਕ ਸ਼ਬਦ ਜਿਸ ਦੇ ਪ੍ਰਾਣਾਂ ਵਿੱਚ ਵਸ ਜਾਵੇ ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਪੰਜਵੇਂ ਪਾਤਸ਼ਾਹ ਜੀ ਇਸ ਬਾਬਤ ਆਖਦੇ ਹਨ ਇਸ ਕਵਾਓ ਨਾਦ ਬਾਰੇ, ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਬਸਤਾ ਹੈ, ਏਕ ਸ਼ਬਦ ਮੇਰੇ ਪ੍ਰਾਣ ਬਸਤਾ ਹੈ, ਬਹੁਰ ਜਨਮ ਨਾ ਆਵਾਂ। ਇਸ ਏਕ ਕਵਾਵੇ ਤੋਂ ਹੀ ਬਾਅਦ ਵਿੱਚ ਸਭ ਕੁਝ ਹੋਂਦ ਵਿੱਚ ਆਇਆ। ਏਕ ਕਵਾਵੇ ਤੇ ਸਭ ਹੋਵੇ, ਗੁਰਬਾਣੀ ਜ਼ਿਕਰ ਕਰਦੀ ਏਕ ਕਵਾਵੇ ਤੇ ਸਭ ਹੋਵੇ। ਇੱਥੇ ਕਵਾਵੇ ਦੇ ਵਾਵੇ ਨੂੰ ਦਲਾਵਾਂ ਨੇ। ਇਸੇ ਕਵਾਓ ਸ਼ਬਦ ਨਾਲ ਹੀ, ਇਸ ਇੱਕ ਕਵਾਵੇ ਦੇ ਹੁਕਮ ਵਿੱਚ ਹੀ ਚੇਤਨ ਜੀਵ ਅਤੇ ਜੜ ਮਾਇਆ ਹੈ। ਇਸੇ ਦੇ ਹੁਕਮ 'ਚ ਚੇਤਨ ਜੀਵ ਵੀ, ਜੜ ਮਾਇਆ ਵੀ। ਭਾਈ ਗੁਰਦਾਸ ਜੀ ਇਸ ਸ਼ਬਦ ਕਵਾਓ ਨੂੰ ਚੌਥੀ ਵਾਰ ਦੀ ਪਹਿਲੀ ਪੌੜੀ ਅੰਦਰ ਵਿਆਖਿਆ ਕਰਦੇ ਹੋਏ ਆਖਦੇ ਹਨ ਓਂਕਾਰ ਆਕਾਰ ਕਰ, ਓਂਕਾਰ ਆਕਾਰ ਕਰ, ਪਵਨ ਪਾਣੀ ਬੈਸੰਤਰ ਧਾਰੇ, ਧਰਤ ਆਕਾਸ਼ ਵਿਛੋੜੀਆਂ, ਚੰਦ ਸੂਰਜ ਦੋਏ ਜੋਤੀ ਸਵਾਰੇ, ਖਾਣੀ ਚਾਰੇ ਬੰਧਾਨ ਕਰ, ਲੱਖ 84 ਜੂਨ ਦੁਆਰੇ। ਮਾਨਸ ਜਨਮ ਦੁਲੰਭ ਹੈ,
ਸਫਲ ਜਨਮ ਗੁਰ ਸ਼ਰਨ ਉਧਾਰੇ। ਭਾਈ ਸਾਹਿਬ ਜੀ ਆਖਦੇ ਹਨ ਕਿ ਇੱਕ ਓਂਕਾਰ ਨੇ ਆਪਣਾ ਆਪਾ ਪਹਿਲਾਂ, ਸਭ ਤੋਂ ਪਹਿਲਾਂ ਉਹਨੇ ਆਪਣਾ ਆਪਾ ਸਾਜਿਆ। ਓਮ ਜੋਤ ਨੇ ਆਪਣਾ ਆਕਾਰ ਪੈਦਾ ਕੀਤਾ। ਇੱਕ ਨੇ ਆਪਣੇ ਆਪ ਨੂੰ ਇੱਕ ਨੇ ਆਪਣੇ ਆਪ ਨੂੰ ਦੋ ਚਿੱਤ ਕੀਤਾ। ਇਸ ਇੱਕ ਨੇ ਹੀ ਆਪਣੇ ਪੈਦਾ ਕੀਤੇ ਜੀਵ ਨੂੰ ਦੋ ਚਿੱਤ ਕਰਕੇ ਇੱਕ ਚਿੱਤ ਦਾ ਨਾਮ ਮਨ ਬ੍ਰਹਮਾ ਰੱਖਿਆ ਹੈ ਅਤੇ ਚਿੱਤ ਦੇ ਅਲਿਪਤ ਹਿੱਸੇ ਦਾ ਨਾਮ ਗੁਰਮੁਖ ਰੱਖਿਆ। ਓਮ ਗੁਰਮੁਖੀ ਚਿੱਤ ਨੇ ਹੀ ਮਨ ਰੂਪ ਵਿੱਚ ਅੱਛਰਾਂ ਦਾ ਆਕਾਰ ਬਣਾਇਆ। ਇਸ ਆਕਾਰ ਨੂੰ ਹੀ ਨੂਰ ਜਾਂ ਜੀਵ ਆਖਿਆ ਜਾਂਦਾ ਹੈ। ਭਾਈ ਸਾਹਿਬ ਜੀ ਆਖਦੇ ਹਨ ਕਿ ਗੁਰਮੁਖ ਦੇ ਇਸੇ ਪੈਦਾ ਕੀਤੇ ਹੋਏ ਆਕਾਰ ਨੇ ਹੀ ਪਵਨ, ਪਾਣੀ ਅਤੇ ਬਸੰਤਰ ਦੇ ਮੇਲ ਨਾਲ ਬਣੀ ਕਾਇਆ ਦੇ ਕੱਪੜੇ ਨੂੰ ਧਾਰਨ ਕੀਤਾ ਹੋਇਆ। ਗੁਰਬਾਣੀ ਦੇਹੀ ਨੂੰ ਪੌਣ ਪਾਣੀ ਅਗਨੀ ਦਾ ਮੇਲ ਹੀ ਮੰਨਦੀ ਹੈ। ਇਸੇ ਪੌਣ ਪਾਣੀ ਦੀ ਦੇਹ ਅੰਦਰ ਹੀ ਚੰਚਲ ਅਤੇ ਚਪਲ ਬੁੱਧੀ ਖੇਲਦੀ ਹੈ, ਜਿਹਦਾ ਕਿ ਜ਼ਿਕਰ ਗੁਰਬਾਣੀ ਕਰਦੀ ਹੈ। ਪੌਣ ਪਾਣੀ ਅਗਨੇ ਕਾ ਮੇਲ, ਚੰਚਲ ਚਪਲ ਬੁੱਧੀ ਕਾ ਖੇਲ। ਅੱਲਾਹ ਓਮ ਨੇ ਇੱਕ ਨੇ ਸਭ ਤੋਂ ਪਹਿਲਾਂ ਆਪਣਾ ਆਕਾਰ ਨੂਰ ਹੀ ਪੈਦਾ ਕੀਤਾ ਸੀ। ਅੱਲਾਹ ਨੇ ਦੂਜੇ ਨੰਬਰ 'ਤੇ ਮਾਇਆ ਦੇ ਤੱਤਾਂ ਨੂੰ ਪ੍ਰਕਾਸ਼ ਕੀਤਾ ਸੀ। ਪੰਜਾਂ ਤੱਤਾਂ ਦੀ ਪੈਦਾਇਸ਼ ਤੋਂ ਬਾਅਦ ਹੀ ਚਾਰੇ ਖਾਣੀਆਂ ਪੈਦਾ ਕਰਕੇ ਪਰਮ ਪੁਰਖ ਨੇ ਇੱਕ ਓਂਕਾਰ ਨੇ ਹੀ 84 ਲੱਖ ਜੂਨਾਂ ਪੈਦਾ ਕੀਤੀਆਂ, ਜਿਹਦਾ ਜ਼ਿਕਰ ਗੁਰਬਾਣੀ ਕਰਦੀ ਹੈ। ਅੱਵਲ ਦਾ ਮਤਲਬ ਸਭ ਤੋਂ ਪਹਿਲਾਂ। ਅੱਵਲ ਅੱਲਾਹ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ਏਕ ਨੂਰ ਤੋਂ, ਇੱਥੇ ਧਿਆਨ ਦੇਣ ਦੀ ਜ਼ਰੂਰਤ ਹੈ। ਏਕ ਨੂਰ ਤੋਂ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਿਸ ਸਮੇਂ ਇੱਕ ਨਿਰੰਕਾਰ ਨੇ ਆਪਣੇ ਨਿਰਗੁਣ ਸਰੂਪ ਤੋਂ ਦੂਜਾ ਸਰਗੁਣ ਸਰੂਪ ਬਣਾਇਆ ਸੀ, ਕੁਦਰਤ ਉਸ ਸਮੇਂ ਵੀ ਨਹੀਂ ਸੀ। ਜਦੋਂ ਦੁਬਾਰਾ ਪੜ੍ਹਾਂਗੇ, ਜਿਸ ਸਮੇਂ ਇੱਕ ਨਿਰੰਕਾਰ ਨੇ ਆਪਣੇ ਨਿਰਗੁਣ ਸਰੂਪ ਤੋਂ ਦੂਜਾ ਸਰਗੁਣ ਸਰੂਪ ਬਣਾਇਆ ਸੀ, ਕੁਦਰਤ ਉਸ ਸਮੇਂ ਵੀ ਨਹੀਂ ਸੀ, ਮਾਇਆ ਉਸ ਸਮੇਂ ਦੇ ਹੋਂਦ ਵਿੱਚ ਨਹੀਂ ਸੀ। ਇੱਕ ਓਮ ਦੇ ਦੋਨੋਂ ਆਕਾਰ ਨਿਰਾਕਾਰ ਹਨ। ਇੱਕ ਓਂਕਾਰ ਦੇ ਦੋਨੋਂ ਆਕਾਰ ਮਨ ਵੀ ਚਿੱਤ ਵੀ ਨਿਰਾਕਾਰ ਹਨ। ਦੋਨੋਂ ਆਕਾਰ ਇੱਕ ਦੇ ਹੀ ਹਨ। ਇਹ ਇੱਕ ਹੀ ਸੁੰਨ ਹੋ ਕੇ ਸਮਾਧੀ ਵਿੱਚ ਜਾਇਆ ਕਰਦਾ ਹੈ। ਇਹ ਇੱਕ ਹੀ ਸਹਿਜ ਹੋ ਕੇ ਸਭ ਜਗ ਪੈਦਾ ਕਰਿਆ ਕਰਦਾ ਹੈ। ਇਸੇ ਲਈ ਇਸ ਜਗ ਨੂੰ ਸੱਚੇ ਦੀ ਕੋਠੜੀ ਮੰਨਿਆ ਜਾਂਦਾ ਹੈ, ਜਿਸ ਵਿੱਚ ਕਿ ਸੱਚੇ ਦਾ ਵਸ ਹੈ। ਪੰਜ ਪਾਤਸ਼ਾਹ ਜੀ ਇਸ ਬਾਬਤ ਸਮਝਾਉਂਦੇ ਹਨ ਕਿ ਨਿਰਗੁਣ ਆਪ ਹੀ, ਸਰਗੁਣ ਪੀ ਉਹੀ, ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਬਾਣੀ ਸੁਖਮਣੀ ਅੰਦਰ ਪੰਜ ਪਾਤਸ਼ਾਹ ਜੀ ਇਸ ਇੱਕ ਓਂਕਾਰ ਬਾਰੇ ਦੱਸਣਾ ਕਰ ਰਹੇ ਹਨ ਕਿ ਸਰਗੁਣ, ਨਿਰਗੁਣ ਅਤੇ ਸੁੰਨ ਸਮਾਧੀ ਇੱਕ ਓਂਕਾਰ ਹੀ ਹੈ। ਕਹਿੰਦੇ ਸਰਗੁਣ, ਨਿਰਗੁਣ, ਨਿਰੰਕਾਰ, ਸੁੰਨ ਸਮਾਧੀ ਆਪ ਹੀ। ਆਪੇ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਨਾਰਾਇਣ ਜੋ ਕਿ ਪ੍ਰਾਣਾਂ ਦਾ ਆਧਾਰ ਹੈ, ਆਪ ਹੀ ਕਲਾ ਧਾਰ ਕੇ ਜਗ ਪਾਪ ਕੇ ਸਰੀਰ ਵਿੱਚ ਪਰਵਰਿਆ ਕਰਦਾ ਹੈ। ਜਿਸ ਨਾਰਾਇਣ ਬਾਰੇ ਗੁਰਬਾਣੀ ਜ਼ਿਕਰ ਕਰਦੀ ਹੈ, ਆਪ ਹੀ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਭਰਮ ਹਨੇਰੇ ਤੋਂ ਰਹਿਤ ਮਨ ਦੇ ਮੂਲ ਦਾ ਨਾਮ ਹੀ ਨਾਰਾਇਣ ਹੈ। ਹਨੇਰੇ ਤੋਂ ਰਹਿਤ ਮਨ ਦੇ ਮੂਲ ਦਾ ਨਾਮ ਹੀ ਨਾਰਾਇਣ ਹੈ। ਨਾਰਾਇਣ ਹੀ ਮਨ ਦੇ ਅੰਦਰਲੀ ਅੰਧਿਆਰੀ ਰਾਤ ਨੂੰ ਰੋਸ਼ਨੀ ਦੇ ਕੇ ਰੋਸ਼ਨ ਕਰਿਆ ਕਰਦਾ ਹੈ। ਇੱਕ ਓਂਕਾਰ ਦਾ ਕੀਤਾ ਹੋਇਆ ਚਿੱਤ ਹੀ ਨਾਰਾਇਣ ਹੈ।
ਭਾਵ ਕਿ ਜਿਹਦੇ ਅੰਦਰ ਹਨੇਰਾ ਨਹੀਂ। ਸਭ ਨਾਮ ਇਸ ਇੱਕ ਓਂਕਾਰ ਦੇ ਕੀਤੇ ਹੋਏ ਚਿੱਤ ਦੇ ਹੀ ਗੁਣਵਾਚਕ ਅਤੇ ਕਿਰਤਮ ਨਾਮ ਹਨ। ਬ੍ਰਹਮਾ ਜੋ ਕਿ ਇੱਕ ਓਂਕਾਰ ਨੇ ਪੈਦਾ ਕੀਤਾ ਹੈ, ਜਿਸ ਨੂੰ ਕਿ ਮਨ ਆਖਦੇ ਹਨ, ਜੋ ਕਿ ਮਾਇਆ ਵਿੱਚ ਰਚਦਾ ਹੈ। ਇਸ ਵਿੱਚ ਮਾਇਆ ਦੇ 3 ਗੁਣ ਹੁੰਦੇ ਹਨ, ਰਜੋ, ਤਮੋ ਅਤੇ ਸਤੋ, ਜਿਹਦਾ ਜ਼ਿਕਰ ਗੁਰਬਾਣੀ ਕਰਦੀ ਹੈ। ਰਜਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਇਹ ਤ੍ਰੈਗੁਣੀ ਮਾਇਆ ਵੀ ਉਸ ਪਰ ਕਰਤੇ ਪੁਰਖ ਦੀ ਹੀ ਪੈਦਾ ਕੀਤੀ ਹੋਈ ਹੈ, ਜੋ ਉਸ ਕਰਤੇ ਪੁਰਖ ਦੀ ਆਗਿਆ ਵਿੱਚ ਰਹਿੰਦੀ ਹੋਈ ਆਗਿਆਕਾਰੀ ਕਹਿਲਾਉਂਦੀ ਹੈ ਅਤੇ ਆਗਿਆ ਵਿੱਚ ਹੀ ਚੱਲ ਰਹੀ ਹੈ ਜਿੰਨਾ ਚਿਰ ਸ੍ਰਿਸ਼ਟੀ ਦੀ ਹੋਂਦ ਰਹੂਗੀ। ਜਿਸ ਬਾਬਤ ਗੁਰਬਾਣੀ ਜ਼ਿਕਰ ਕਰਦੀ ਹੈ, ਆਗਿਆਕਾਰੀ ਕੀਨੀ ਮਾਇਆ। ਇੱਕ ਕਰਤੇ ਪੁਰਖ ਦੇ ਹੁਕਮ ਤੋਂ ਬਿਨਾਂ ਕੋਈ ਵੀ ਜੀਵ ਮਾਇਆ ਤੋਂ ਮੁਕਤ ਨਹੀਂ ਹੋ ਸਕਦਾ। ਇੱਕ ਕਰਤੇ ਪੁਰਖ ਦੇ ਹੁਕਮ ਤੋਂ ਬਿਨਾਂ, ਇੱਕ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਜੀਵ ਮਾਇਆ ਤੋਂ ਮੁਕਤੀ ਨਹੀਂ ਹੋ ਸਕਦਾ। ਭਾਈ ਗੁਰਦਾਸ ਜੀ ਆਖਦੇ ਹਨ ਕਿ ਸਭ ਜੂਨਾਂ, ਸਭ ਜਨਮ ਵਿੱਚੋਂ ਮਾਨਸ ਜਨਮ ਦੁਰਲੰਭ ਹੈ। ਇਸ ਮਨੁੱਖਾ ਜਨਮ ਰਾਹੀਂ ਜੀਵ ਗੁਰ ਦੀ ਸ਼ਰਨ ਵਿੱਚ ਜਾ ਕੇ ਆਪਣਾ ਉਧਾਰ ਕਰ ਸਕਦਾ। ਭਾਈ ਸਾਹਿਬ ਜੀ ਕਵਾਓ ਸ਼ਬਦ ਦਾ ਹੋਰ ਖੁਲਾਸਾ ਕਰਦੇ ਹਨ। ਹੋਰ ਖੁਲਾਸਾ ਕਰਦੇ ਹੋਏ 8ਵੀਂ ਵਾਰ ਦੀ ਪਹਿਲੀ ਪੌੜੀ ਅੰਦਰ ਆਖ ਰਹੇ ਹਨ ਕਿ ਇੱਕ ਕਵਾਓ ਪਸਾਓ ਕਰ, ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਸਾਰਾ, 5 ਤੱਤ ਪ੍ਰਵਾਨ ਕਰ, 4 ਖਾਣੀ ਵਿੱਚ ਸਭ ਵਰਤਾਰਾ, ਕਿ ਵੱਡੇ ਆਖਾਂ ਸਿਰਜਣਹਾਰਾ। ਇੱਕ ਓਂਕਾਰ ਨੇ ਇੱਕੋ ਕਵਾਓ ਤੋਂ, ਭਾਵ ਕਿ ਇੱਕੋ ਸ਼ਬਦ ਓਮ ਤੋਂ ਹੀ ਸਭ ਸ਼ਬਦਾਂ ਦਾ ਪਸਾਰਾ ਕਰਕੇ ਆਪਣਾ ਗਿਆਨ ਇਹਨਾਂ ਅੱਖਰਾਂ ਰਾਹੀਂ ਆਪਣੇ ਤੋਂ ਪੈਦਾ ਕੀਤੇ ਹੋਏ ਜੀਵ ਨੂੰ ਦਿੱਤਾ ਹੈ। ਇੱਕ ਦਾ ਮਨ ਉਸ ਦਾ ਆਪਣਾ ਆਪਾ ਹੀ ਹੈ। ਗੁਰਬਾਣੀ ਦਾ ਸਾਰਾ ਉਪਦੇਸ਼ ਆਪਣੇ ਆਪੇ ਮਨ ਜੀਵ ਨੂੰ ਹੀ ਹੈ। ਇਹ ਉਹਦਾ ਆਪਣਾ ਆਪਾ ਹੀ ਹੈ, ਉਹਦੀ ਅੰਸ਼ੇ ਹੈ। ਇੱਕ ਨਰੈਣ ਆਪ ਹੀ ਗੁਰ ਹੈ ਅਤੇ ਆਪ ਹੀ ਚੇਲਾ ਹੈ। ਪੰਜੋਂ ਪਾਤਸ਼ਾਹ ਜੀ ਬਾਣੀ ਸੁਖਮਨੀ ਅੰਦਰ ਆਖਦੇ ਹਨ ਕਿ ਇੱਕ ਆਪ ਹੀ ਉਪਦੇਸ਼ ਕਰਨ ਵਾਲਾ ਹੈ ਅਤੇ ਇੱਕ ਆਪ ਹੀ ਉਪਦੇਸ਼ ਨੂੰ ਸੁਣਨ ਵਾਲਾ ਹੈ, ਅਤੇ ਇੱਕ ਉਹ ਜੋ ਨਿਰਾਲਾ ਹੈ, ਜਿਸ ਇੱਕ ਨੂੰ ਇੱਕ ਓਂਕਾਰ ਕਹਿੰਦੇ ਹਨ, ਉਹ ਸ਼ਬਦ ਰੂਪ ਹੋ ਕੇ ਸਭਨਾਂ ਜੀਆਂ ਨਾਲ ਰਚਿਆ ਹੋਇਆ, ਜਿਹਦਾ ਜ਼ਿਕਰ ਸਤਿਗੁਰ ਕਰਦੇ ਨੇ ਬਾਣੀ ਸੁਖਮਨੀ ਅੰਦਰ। ਆਪ ਉਪਦੇਸ਼ੇ ਸਮਝਿਆ ਆਪ, ਆਪੇ ਰਚਿਆ ਸਭ ਕੇ ਸਾਥ, ਆਪੇ ਰਚਿਆ ਸਭ ਕੇ ਸਾਥ। ਇੱਕ ਓਂਕਾਰ ਅਤੇ ਇੱਕ ਓਂਕਾਰ ਦੋਨੋਂ ਇੱਕ ਹੀ ਹਨ। ਫਰਕ ਸਿਰਫ ਇਤਨਾ ਹੈ ਕਿ ਇੱਕ ਮਾਇਆ ਤੋਂ ਬਾਹਰ ਹੈ, ਇੱਕ ਮਾਇਆ ਦੇ ਅੰਦਰ ਹੈ। ਮਾਇਆ ਦੇ ਅੰਦਰ ਵਾਲਾ ਇੱਕ ਰਚਨਾ ਦੇ ਦੌਰਾਨ ਦਵੈ ਰੂਪ, ਦਾਲ ਰੂਪ ਵਿੱਚ ਰਹਿੰਦਾ ਹੈ। ਮਾਇਆ ਦੇ ਬਾਹਰ ਵਾਲਾ ਇੱਕ ਰਚਨਾ ਦੇ ਦੌਰਾਨ ਵੀ ਦਵੈ ਰੂਪ ਨਾ ਹੋ ਕੇ ਇੱਕ ਰੂਪ ਸ਼ਬਦ ਰੂਪ ਹੀ ਰਹਿੰਦਾ ਹੈ। ਬਾਣੀ ਸਿੱਧ ਗੋਸ਼ਟ ਅੰਦਰ ਪਹਿਲੇ ਪਾਤਸ਼ਾਹ ਜੀ ਸਿੱਧਾਂ ਨੂੰ ਇਸ ਇੱਕ ਬਾਰੇ ਜਾਣਕਾਰੀ ਦਿੰਦੇ ਹੋਏ ਕਹਿ ਰਹੇ ਹਨ ਕਿ ਅੰਦਰ ਅਤੇ ਬਾਹਰ ਵਾਲੇ ਨੂੰ ਇੱਕ ਜੋਤ ਹੀ ਸਮਝੋ, ਇੱਕੋ ਹੀ ਜਾਣੋ, ਦੋ ਨਹੀਂ ਹੈਗੇ। ਕਹਿੰਦੇ ਅੰਤਰ ਬਾਹਰ ਇੱਕੋ ਜਾਣੋ, ਅੰਤਰ ਬਾਹਰ ਇੱਕੋ ਜਾਣੋ, ਏਕਾ ਜੋਤ ਸਬਾਈ। ਮਾਇਆ ਦੇ ਪਸਾਰੇ ਤੋਂ ਪਰੇ ਵਾਲੇ ਗੁਰ ਨੂੰ ਹੀ ਗੁਰ ਪਾਰ ਬ੍ਰਹਮ ਆਖਦੇ ਹਨ। ਮਾਇਆ ਅੰਦਰਲੇ ਬ੍ਰਹਮ ਰਾਹੀਂ ਹੀ ਉਪਦੇਸ਼ ਦੇ ਕੇ ਬ੍ਰਹਮ ਦੇ ਮਨ ਨੂੰ ਮਾਇਆ ਤੋਂ ਮੁਕਤੀ ਦਿਵਾਉਣ ਦਾ ਉਪਕਾਰ ਕਰ ਰਿਹਾ ਗੁਰ ਪਾਰ ਬ੍ਰਹਮ। ਮਾਇਆ ਵਿਚਲਾ ਇੱਕ ਬ੍ਰਹਮ ਹੀ ਮਾਇਆ ਦੇ ਵਿੱਚ ਹੁੰਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਰਹਿੰਦਾ। ਬ੍ਰਹਮਾ ਨਹੀਂ, ਮਾਇਆ ਤੋਂ ਨਿਰਲੇਪ ਰਹਿਣ ਵਿੱਚ
ਅਤੇ ਮਾਇਆ ਤੋਂ ਮੁਕਤ ਰਹਿਣ ਵਿੱਚ ਅੰਤਰ ਹੈ। ਮਾਇਆ ਤੋਂ ਨਿਰਲੇਪ ਰਹਿਣ ਵਿੱਚ ਅਤੇ ਮਾਇਆ ਤੋਂ ਮੁਕਤ ਰਹਿਣ ਵਿੱਚ ਅੰਤਰ ਹੈ, ਫਰਕ ਹੈ। ਮਾਇਆ ਤੋਂ ਮੁਕਤੀ ਇੱਕ ਹੀ ਮਾਇਆ ਵਿੱਚ ਫਸੇ ਹੋਏ ਇੱਕ ਨੂੰ ਮੁਕਤ ਕਰਵਾ ਸਕਦਾ ਹੈ। ਮਾਇਆ ਜਿਵੇਂ ਮਾਇਆ ਦੇਹੀ ਅੰਦਰਲੇ ਇੱਕ ਦੇ ਦੋ ਰੂਪਾਂ ਵਿੱਚ ਜਦੋਂ ਭਗਤ ਨਾਮਦੇਵ ਜੀ ਨੇ ਦਰਸ਼ਨ ਕੀਤੇ ਤਾਂ ਉਹਨਾਂ ਇਸ ਇੱਕ ਨੂੰ ਕੇਸ਼ਵ ਕਹਿੰਦੇ ਹੋਏ ਸੰਬੋਧਨ ਕੀਤਾ। ਜਿਵੇਂ ਇੱਕ ਖੂਹ 'ਚ ਗਿਰਿਆ ਹੋਵੇ, ਇੱਕ ਖੂਹ ਦੇ ਬਾਹਰ ਹੋਵੇ, ਖੂਹ ਦੇ ਬਾਹਰ ਵਾਲਾ ਹੀ ਖੂਹ 'ਚ ਡਿੱਗੇ ਹੋਏ ਨੂੰ ਕੱਢ ਸਕਦਾ ਹੈ। ਇਸ ਇੱਕ ਨੂੰ ਜੋ ਕਿ ਦਵੈ ਰੂਪ ਦਾਲ ਰੂਪ ਹੈ ਨੂੰ ਕਲੰਦਰ ਕਿਹਾ ਸੀ ਭਗਤ ਨਾਮਦੇਵ ਜੀ ਨੇ, ਜੋ ਕਿ ਕਲੰਦਰ ਆਪਣੀ ਕਲਾ ਨਾਲ ਜਗਤ ਦਾ ਤਮਾਸ਼ਾ ਕਰ ਰਿਹਾ ਹੈ। ਕਹਿੰਦੇ ਆਓ ਕਲੰਦਰ ਕੇਸਵਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਅਬਦਾਲੀ ਭੇਸ ਵਾਲਾ ਕੇਸ਼ਵ ਹੀ ਤਿੰਨਾਂ ਭਵਨਾਂ ਅੰਦਰ ਘੁੰਮਦਾ ਰਹਿੰਦਾ ਹੈ। ਤਿੰਨਾਂ ਭਵਨਾਂ ਵਿੱਚ ਜੋ ਇੱਕ ਜੋਤੀ ਹੈ, ਇਹ ਹੁਣ ਦਾਲ ਦੇ ਰੂਪ ਵਿੱਚ ਹੈ। ਦਾਲ ਰੂਪ ਤੋਂ ਭਾਵ ਹੈ ਇੱਕ ਓਂਕਾਰ ਦੇ ਪੈਦਾ ਕੀਤੇ ਹੋਏ ਜੀਵ ਦਾ ਦੋ ਚਿੱਤੀ ਵਿੱਚ ਚਲਿਆ ਜਾਣਾ। ਦਰਭਵਨ ਵਾਲੀ ਜੋਤ ਜੋ ਹੈ ਭਰਮ ਨੇ ਘੇਰੀ ਹੋਈ ਹੈ। ਜੋਤ ਹੀ ਤਾਂ ਸਰਬ ਵਿਆਪਕ ਹੈ। ਹਨੇਰੇ ਭਰਮ ਕਰਕੇ ਇਸ ਦਾ ਭਵਨ ਬਣਿਆ ਕਰਦਾ ਹੈ। ਹਨੇਰਾ ਜਿਤਨੇ ਏਰੀਏ ਜਿਤਨੀ ਜਗ੍ਹਾ ਵਿੱਚ ਜੋਤ ਨੂੰ ਘੇਰ ਕੇ ਸੀਮਿਤ ਕਰਦਾ ਹੈ, ਉਹ ਹੀ ਜੋਤ ਦਾ ਭਵਨ ਹੁੰਦਾ ਹੈ। ਇਸ ਭਵਨ ਨੂੰ ਹੀ ਦੁਬਾਰਾ ਪੜ੍ਹਾਂਗੇ। ਹਨੇਰਾ ਜਿਤਨੇ ਏਰੀਏ ਵਿੱਚ ਜੋਤ ਨੂੰ ਘੇਰ ਕੇ ਸੀਮਿਤ ਕਰਦਾ ਹੈ, ਉਹ ਹੀ ਜੋਤ ਦਾ ਭਵਨ ਹੁੰਦਾ ਹੈ। ਇਸ ਭਵਨ ਨੂੰ ਹੀ ਘਟ ਹਿਰਦਾ ਕਿਹਾ ਜਾਂਦਾ ਹੈ। ਜਿਸ ਘਟ ਜਾਂ ਭਵਨ ਅੰਦਰ ਹਰ ਜੋਤ ਬਿਰਾਜਮਾਨ ਹੈ। ਆਪਣੀ ਮਨ ਬੁੱਧੀ ਰਾਹੀਂ ਇਹ ਹਰ ਹੀ ਗੁਰ ਤੋਂ ਗਿਆਨ ਰੋਸ਼ਨੀ ਵਧਾ ਕੇ ਆਪਣੇ ਇਰਦ ਗਿਰਦ ਵਾਲਾ ਭਰਮ ਹਨੇਰਾ ਦੂਰ ਕਰਦਾ ਰਹਿੰਦਾ ਹੈ। ਜਿਤਨਾ ਜੋਤ ਦਾ ਦਾਇਰਾ ਵੱਧਦਾ ਹੈ, ਉਤਨਾ ਹੀ ਉਸਦਾ ਭਰਮ ਖਤਮ ਹੋ ਕੇ ਭਵਨ ਵਿਸ਼ਾਲ ਹੁੰਦਾ ਹੈ। ਜਦੋਂ ਬ੍ਰਹਮ ਗਿਆਨੀ ਹੋ ਕੇ ਇੱਕ ਹੋ ਜਾਂਦਾ ਹੈ, ਤਾਂ ਇਸ ਦੇ ਮਨ ਅੰਦਰ ਧਰਤੀ ਤੋਂ ਲੈ ਕੇ ਆਕਾਸ਼ ਤੱਕ ਦਾ ਪ੍ਰਕਾਸ਼ ਹੋ ਜਾਂਦਾ ਹੈ। ਭਾਵ ਕਿ ਜੋਤ ਨੂੰ ਧਰਤੀ ਤੋਂ ਲੈ ਕੇ ਆਕਾਸ਼ ਵਿਚਲੇ ਗਿਆਨ ਦੀ ਸੋਝੀ ਹੋ ਜਾਂਦੀ ਹੈ। ਜੋਤ ਦੇ ਮਨ ਅੰਦਰ ਕਿਸੇ ਕਿਸਮ ਦੀ ਸ਼ੰਕਾ ਨਹੀਂ ਰਹਿੰਦੀ। ਤ੍ਰਿਭਵਨ ਦੀ ਵਿਚਾਰ ਆਪਾਂ ਵਿਸਥਾਰ ਵਿੱਚ ਬਾਅਦ ਵਿੱਚ ਸਮਝਾਂਗੇ। ਇੱਥੇ ਆਪਾਂ ਵਿਸ਼ੇ ਅੰਦਰ ਇੱਕ ਓਂਕਾਰ ਦੀ ਵਿਆਖਿਆ ਨੂੰ ਸਮਝਣਾ ਕਰਾਂਗੇ। ਇੱਕ ਓਂਕਾਰ ਦੀ ਵਿਆਖਿਆ ਦੌਰਾਨ ਸ਼ਬਦ ਕਬਾਓ ਨੂੰ ਭਾਈ ਗੁਰਦਾਸ ਜੀ ਪਾਸੋਂ ਹੋਰ ਵਿਸਥਾਰ ਵਿੱਚ ਸਮਝਣਾ ਕਰਾਂਗੇ, ਕਿਉਂਕਿ ਕਬਾਓ ਸ਼ਬਦ ਦੀ ਜਿਹੜੀ ਵਿਆਖਿਆ ਭਾਈ ਗੁਰਦਾਸ ਜੀ ਨੇ ਬਹੁਤ ਵਿਸਥਾਰ ਵਿੱਚ ਕੀਤੀ ਹੈ। ਭਾਈ ਸਾਹਿਬ ਜੀ 8ਵੀਂ ਵਾਰ ਦੀ ਪਹਿਲੀ ਪੌੜੀ ਅੰਦਰ ਆਖਦੇ ਹਨ ਕਿ ਇੱਕ ਓਮ ਨੇ ਹੀ ਆਪਣਾ ਆਕਾਰ ਬਣਾ ਕੇ ਬਾਅਦ ਵਿੱਚ ਕੁਦਰਤ ਮਾਇਆ ਦਾ ਪਸਾਰਾ ਕੀਤਾ ਹੈ, ਅਤੇ ਇੱਕ ਜੋ ਕਿ ਹੁਣ ਓਂਕਾਰ ਦੇ ਰੂਪ ਵਿੱਚ ਹੈ, ਭਾਵ ਕਿ ਜੋਤ ਵੀ ਹੈ ਸ਼ਬਦ ਵੀ ਹੈ, ਨੇ ਪੰਜਾਂ ਤੱਤਾਂ ਨੂੰ ਕਬੂਲ ਪ੍ਰਮਾਣ ਕੀਤਾ। ਭਾਵ ਕਿ ਇੱਕ ਨੇ ਦਵੈ ਰੂਪ ਹੋ ਗਏ ਪੰਜਾਂ ਤੱਤਾਂ ਵਿੱਚ ਮਿਲਣਾ ਕੀਤਾ ਹੈ, ਤਾਂ ਕਿ ਪੰਜਾਂ ਤੱਤਾਂ ਦੀ ਦੇਹੀ ਵਿੱਚ ਜਨਮ ਲੈ ਕੇ ਆਪਣਾ ਰੂਪ ਦਵੈ ਤੋਂ ਇੱਕ ਕੀਤਾ ਜਾ ਸਕੇ। ਚਾਰੇ ਖਾਣੀਆਂ ਵਿੱਚ ਇਹੋ ਹੀ ਵਰਤਾਰਾ ਵਰਤ ਰਿਹਾ। ਭਾਈ ਸਾਹਿਬ ਅੱਗੇ ਆਖਦੇ ਹਨ ਕਿ ਸਿਰਜਣਹਾਰਾ ਕਿਤਨਾ ਵੱਡਾ ਹੈ, ਕਥਨ ਨਹੀਂ ਕੀਤਾ ਜਾ ਸਕਦਾ। ਹੁਣ ਕੇਵਡ ਆਖਾਂ ਸਿਰਜਣਹਾਰਾ। ਪੰਜਾਂ ਪਾਤਸ਼ਾਹ ਜੀ ਬਾਣੀ ਗੌੜੀ 52 ਅੱਖਰੀ ਅੰਦਰ ਇਸ ਇੱਕ ਨਿਰੰਕਾਰ ਬਾਰੇ ਸਮਝਾਉਂਦੇ ਹਨ ਕਿ ਨਿਰੰਕਾਰ ਨੇ ਹੀ ਆਪ ਹੀ ਆਕਾਰ ਧਾਰਨ ਕੀਤਾ। ਨਿਰੰਕਾਰ ਆਪ ਹੀ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੈ, ਅਤੇ ਨਿਰੰਕਾਰ ਆਪ ਹੀ ਤਿੰਨਾਂ ਗੁਣਾਂ ਤੋਂ ਅਤੀਤ ਹੈ। ਨਿਰੰਕਾਰ ਨੇ ਆਪਣਾ ਆਪਾ ਹੀ ਉਪਾਇਆ ਹੋਇਆ ਹੈ। ਇੱਕ ਓਂਕਾਰ ਨੇ ਆਪ ਹੀ
ਸੂਖਮ ਰੂਪ ਵਿੱਚ ਵਰਤ ਰਿਹਾ ਹੈ। ਇੱਕ ਓਂਕਾਰ ਆਪ ਹੀ ਸੂਖਮ ਰੂਪ ਵਿੱਚ ਵਰਤ ਰਿਹਾ ਹੈ ਅਤੇ ਆਪ ਹੀ ਅਸੂਲ ਰੂਪ ਵਿੱਚ ਵਰਤ ਰਿਹਾ ਹੈ। ਅੱਜ ਅਸੀਂ ਇਹ ਸ਼ਲੋਕ ਪੜ੍ਹ ਕੇ ਅੱਜ ਦੀ ਸਮਾਪਤੀ ਇੱਥੇ ਹੀ ਕਰਾਂਗੇ। ਸ਼ਲੋਕ ਵਿੱਚ ਸਤਿਗੁਰੂ ਜ਼ਿਕਰ ਕਰਦੇ ਨੇ, ਨਿਰੰਕਾਰ ਆਕਾਰ ਆਪ ਹੀ, ਨਿਰੰਕਾਰ ਆਕਾਰ ਆਪ ਹੀ, ਨਿਰਗੁਣ ਸਰਗੁਣ ਏਕ, ਇੱਕ ਹੀ ਏਕ ਬਖਾਨਨੋ ਨਾਨਕ ਏਕ ਅਨੇਕ। ਅੱਗੇ ਪੰਜਵੇਂ ਪਾਤਸ਼ਾਹ ਜੀ ਆਖਦੇ ਹਨ ਕਿ ਉਸ ਪਾਰ ਬ੍ਰਹਮ ਦੀ ਲੀਲਾ ਨੂੰ ਸਮਝਣਾ ਬਹੁਤ ਔਖਾ ਹੈ। ਕਹਿੰਦੇ ਆਪੇ ਸੂਖਮ ਆਪੇ ਅਸਥੂਲਾ, ਆਪੇ ਹੀ ਸੂਖਮ ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਇਸ ਕਰਕੇ ਜਿਹੜੀ ਪਾਰ ਬ੍ਰਹਮ ਦੀ ਲੀਲਾ ਹੈ, ਇੱਕ ਓਂਕਾਰ ਦੇ ਜੋ ਪਸਾਰਾ ਹੈ ਕੁਦਰਤ ਦਾ, ਇਹ ਅਸੀਂ ਅੱਗੇ ਭਾਈ ਸਾਹਿਬ ਜੀ ਤੋਂ ਸਮਝਾਂਗੇ। ਦ੍ਰਿਸ਼ਟੀਕੋਣ ਤੋਂ ਗੁਰਬਾਣੀ ਦੀ ਤੋਂ ਸੇਧ ਲੈ ਕੇ ਸਮਝਣਾ ਕਰਾਂਗੇ। ਅੱਜ ਇਤਨਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।